ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਦਾ ਪਾਵਨ ਸ਼ਲੋਕ ਸ੍ਰੀ ਰਾਗ ਦੀ ਵਾਰ ਦੇ ਵਿੱਚ ਇਹ 7ਵਾਂ ਸ਼ਲੋਕ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਜੋ 84 ਅੰਗ ਦੇ ਬਿਲਕੁਲ ਅਖੀਰਲੀ ਪੰਕਤੀ ਤੋਂ ਬਾਅਦ ਅੱਗੇ 85 ਅੰਗ ਪ੍ਰਾਰੰਭ ਹੋਵੇਗਾ। ਬਖਸ਼ਿਸ਼ ਕਰਦੇ ਹਨ ਮਹਾਰਾਜ। ਸ਼ਲੋਕ ਮਹੱਲਾ ਤੀਜਾ। ਹਉ ਹਉ ਕਰਤੀ ਸਭ ਮੁਈ, ਸੰਪਉ ਕਿਸੈ ਨ ਨਾਲ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਿਤਨੀ ਵੀ ਦੁਨੀਆ ਦੇਖਣ 'ਚ ਆ ਰਹੀ ਸਾਰੀ ਦੁਨੀਆ ਹੀ ਮੈਂ ਕਰਦੀ ਪਿੱਛੇ ਮਰ ਗਈ। ਹੁਣ ਦੇਖਦਿਆਂ ਮੈਂ ਕਰਦਿਆਂ ਹੋਇਆਂ ਦੁਨੀਆ ਮਰ ਰਹੀ ਹੈ। ਸੰਪਉ ਕਿਸੇ ਨਾ ਨਾਲ। ਇਹ ਦੁਨੀਆ ਆਪਣੇ ਧਨ ਦੌਲਤ ਸੰਪਦਾ ਪੈਸਾ ਪਦਾਰਥਾਂ ਕਰਕੇ ਮੈਂ ਕਰਦੀ ਹੋਈ, ਮੇਰੇ ਕੋਲ ਇੰਨੇ, ਮੇਰੇ ਕੋਲ ਆਹ ਚੀਜ਼ਾਂ, ਮੈਂ ਬੜਾ ਵੱਡਾ। ਪਰ ਸਤਿਗੁਰੂ ਕਹਿੰਦੇ ਜਿਸ ਸੰਪਉ ਕਰਕੇ, ਪੈਸੇ ਕਰਕੇ, ਪਦਾਰਥਾਂ ਕਰਕੇ ਇਹ ਜੀਵ ਮੈਂ ਕਰਦਾ ਹੈ, ਕਿਸੇ ਨਾ ਨਾਲ। ਅੱਜ ਤੱਕ ਕਿਸੇ ਦੇ ਨਾਲ ਤਾਂ ਗਈ ਨਹੀਂ, ਇਹ ਨਾ ਹੀ ਕੋਈ ਲੈ ਕੇ ਗਿਆ। ਪਰ ਫਿਰ ਵੀ ਇਹ ਜੀਵ ਦੇ ਅੰਦਰ ਇਸ ਸੰਪਉ ਕਰਕੇ, ਮਾਇਆ ਕਰਕੇ ਮੈਂ ਆਪਣੇ ਆਪ ਹੀ ਇਹਦੇ ਅੰਦਰ ਆ ਜਾਂਦੀ। ਹਉਮੈ ਰੋਗ ਮਾਨੁਖ ਕੋ ਦੀਨਾ। ਕੁਦਰਤੀ ਹੈ ਕਿ ਮਨੁੱਖ ਨੂੰ ਹਉਮੈ ਰੋਗ ਆਪ ਹੀ ਲਾਇਆ ਹੋਇਆ। ਇਹ ਵੀ ਇੱਕ ਖੇਡ ਹੈ ਪਰਮਾਤਮਾ ਦੀ ਕਿ ਹਉਮੈ ਦੇ ਰੋਗ ਵਿੱਚੋਂ ਨਿਕਲ ਕੇ ਮੇਰੇ ਤੱਕ ਪਹੁੰਚਣਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, 5 ਬਹੁਤ ਵੱਡੇ ਦੈਂਤ ਜੋ ਸਾਡੇ ਰਸਤੇ ਦੀ ਰੁਕਾਵਟ ਪਰਮਾਤਮਾ ਦੇ ਨਾਲ ਮਿਲਾਪ ਤੋਂ ਜੋ ਹਮੇਸ਼ਾ ਸਾਨੂੰ ਰੋਕਦੇ ਨੇ। ਸੋ ਜਿਵੇਂ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਕਹਿੰਦੇ, ਇੱਕ ਵਾਰ ਮੈਂ ਇਹਨਾਂ ਦੇ ਰੂਪ ਦੇਖੇ ਪੰਜਾਂ ਦੇ। ਕਹਿੰਦੇ ਬੜੇ ਤਕੜੇ ਜਿਵੇਂ ਦੈਂਤ ਖੜੇ ਹੁੰਦੇ ਅੱਗੇ, ਰਾਖਸ਼ ਵਾਂਗੂ ਭਿਆਨਕ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਬਿਲਕੁਲ ਪਿੱਛੇ ਖੜੇ। ਕਹਿੰਦੇ ਇਹ ਸਾਡੀ ਖੇਡ ਹੈ, ਜਿਹੜਾ ਇਹਨਾਂ ਪੰਜਾਂ ਨੂੰ ਜਿੱਤ ਲਵੇਗਾ ਉਹੀ ਸਾਡੇ ਤੱਕ ਪਹੁੰਚ ਸਕੇਗਾ। ਤਾਂ ਐਸਾ ਮਹਾਰਾਜ ਨੇ ਕੌਤਕ ਵਰਤਾਇਆ ਉਹਨਾਂ ਦੇ ਨਾਲ। ਇਸ ਕਰਕੇ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਦੁਨੀਆ ਸਾਰੀ ਹੀ ਦਵੈਸ਼ ਭਾਵ ਵਿੱਚ ਪੈ ਜਾਂਦੀ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਦੂਜਾ ਭਾਏ ਦੁੱਖ ਪਾਇਆ। ਇਹ ਮਾਇਆ ਕਰਕੇ ਦੂਜਾ ਭਾਅ ਆ ਗਿਆ, ਦਵੈਸ਼ ਆ ਗਈ ਮਨ 'ਚ, ਮੈਂ ਵੱਡਾ। ਦੂਜਿਆਂ ਨੂੰ ਛੋਟੇ ਸਮਝਣਾ ਹਮੇਸ਼ਾ ਮਨੁੱਖ ਦੀ ਆਦਤ ਰਹੀ। ਬਾਕੀ ਤਾਂ ਸਾਰੇ ਐਵੇਂ ਹੀ ਨੇ। ਹਰੇਕ ਨੂੰ ਸਮਝਣਾ ਕਿ ਇਹਨਾਂ ਦਾ ਤਾਂ ਇੰਨਾ ਦਿਮਾਗ ਨਹੀਂ ਕੰਮ ਕਰਦਾ, ਇਹਨੂੰ ਤਾਂ ਇੰਨਾ ਪਤਾ ਹੀ ਨਹੀਂ ਹੈ, ਇਹਦੇ ਕੋਲ ਤਾਂ ਇੰਨਾ ਕੁਛ ਹੈ ਹੀ ਨਹੀਂ। ਸੋ ਆਪਣੇ ਪਦਾਰਥਾਂ ਕਰਕੇ, ਆਪਣੀ ਬੁੱਧੀ ਕਰਕੇ, ਆਪਣੇ ਗੁਣਾਂ ਕਰਕੇ, ਆਪਣੀ ਉੱਚੀ ਜਾਤ ਕਰਕੇ, ਸਰੀਰ ਦੇ ਬਲ ਕਰਕੇ ਕਈ ਤਰ੍ਹਾਂ ਦਾ ਗੁਮਾਨ ਹੋ ਜਾਂਦਾ ਮਨ ਦੇ ਅੰਦਰ। ਮਹਾਰਾਜ ਕਹਿੰਦੇ ਦਵੈਸ਼ ਭਾਅ ਦੇ ਵਿੱਚ ਇਹਨਾਂ ਜੀਵਾਂ ਨੇ ਜਨਮ ਤੇ ਮਰਨ ਦਾ ਦੁੱਖ ਪਾਇਆ। ਸਭ ਜੋਹੀ ਜਮਕਾਲ। ਸਾਰੀ ਦੁਨੀਆ ਜਮਕਾਲ ਨੇ ਜੋਹੀ ਹੈ, ਤਾੜਦਾ ਹੈ, ਭਾਵ ਵੇਖਦਾ ਹੈ। ਇੱਕ ਤਾਂ ਹੁੰਦਾ ਬੜੇ ਪਿਆਰ ਭਾਵਨਾ ਨਾਲ ਦੇਖਣਾ, ਇੱਕ ਹੁੰਦਾ ਕਹਿਰੀ ਨਿਗਾਹ ਨਾਲ ਦੇਖਣਾ। ਨਾਮ ਜਪਣ ਵਾਲਿਆਂ ਵੱਲ ਉਹੀ ਨਿਗਾਹ ਉਹਨਾਂ ਦੀ ਬੜੀ ਪਿਆਰ ਵਾਲੀ ਹੁੰਦੀ ਹੈ ਕਿ ਦੇਖੋ ਇਹ ਵੀ ਰੱਬ ਦੇ ਬੰਦੇ ਕਿੱਦਾਂ ਬਹਿ ਕੇ ਨਾਮ ਜਪਦੇ ਨੇ। ਇੱਕ ਉਹ ਜਿਹੜੇ ਮਾੜੇ ਕੰਮ ਕਰਦੇ ਨੇ, ਕਹਿ ਤਾਂ ਨਹੀਂ ਸਕਦੇ ਉਹਨਾਂ ਨੂੰ ਹਲੇ ਕੁਛ, ਕਿਉਂਕਿ ਪ੍ਰਲਬਧ ਹੈ ਉਹਨਾਂ ਦੀ, ਪਰ ਦੇਖਦੇ ਬੜਾ ਉਧਰ ਟੇਢਾ ਹੀ ਆ ਬਸ, ਕਿ ਕੋਈ ਨਹੀਂ ਤੇਰਾ ਟਾਈਮ ਆ ਜਾਣਾ, ਜਦੋਂ ਸਾਡੇ ਵੱਸ ਪਿਆ ਫੇਰ ਦੱਸਾਂਗੇ ਤੈਨੂੰ। ਇਸ ਤਰ੍ਹਾਂ ਸਭ ਜੋਹੀ ਜਮਕਾਲ। ਹੁਣ ਇਹਦੇ ਨਾਲ ਜਮਦੂਤਾਂ ਨੇ ਧਿਆਨ ਰੱਖਿਆ ਹੋਇਆ ਕਿਹੜੇ ਕਿੱਥੇ ਕੀ ਕਰਦੇ ਨੇ। ਦੂਸਰੇ ਪੱਖ ਵਿੱਚ ਗੁਰਮੁਖਾਂ ਦਾ ਲੱਛਣ ਕਰਦੇ ਨੇ ਮਹਾਰਾਜ। ਨਾਨਕ ਗੁਰਮੁਖ ਉਬਰੇ, ਸਾਚਾ ਨਾਮ ਸੰਭਾਲ। ਸਤਿਗੁਰੂ ਫਰਮਾਉਂਦੇ ਨੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਿ ਗੁਰਮੁਖ ਜਿਹੜੇ ਰੱਬ ਦੇ ਪਿਆਰੇ ਨੇ ਉਹ ਸੱਚੇ ਨਾਮ ਨੂੰ ਯਾਦ ਕਰਦੇ ਨੇ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਇੱਕ ਓੰਕਾਰ ਸਤਿਨਾਮ। ਇਸ ਤਰ੍ਹਾਂ ਸੱਚੇ ਨਾਮ ਨੂੰ ਜਪ ਕੇ
ਹੌਲੀ ਹੌਲੀ ਦੁੱਖਾਂ ਤੋਂ ਬਿਲਕੁਲ ਬਚ ਜਾਂਦੇ ਨੇ। ਉੱਭਰਨਾ ਹੁੰਦਾ ਜਿਵੇਂ ਕੋਈ ਪਾਣੀ ਵਿੱਚ ਡੁੱਬਦਾ ਡੁੱਬਦਾ ਹੱਥ ਪੈਰ ਮਾਰੇ ਉੱਪਰ ਨੂੰ ਆ ਗਿਆ ਔਰ ਲੋਕਾਂ ਨੇ ਬਾਹਰ ਕੱਢ ਲਿਆ। ਮਹਾਰਾਜ ਚੌਥੇ ਪਾਤਸ਼ਾਹ ਵੀ ਕਹਿੰਦੇ ਜੇ ਪਾਣੀ 'ਚ ਕੋਈ ਡੁੱਬਦਾ ਹੋਵੇ ਉਹ ਬਾਹਰ ਬਾਂਹ ਕੱਢ ਕੇ ਖੜੀ ਕਰਕੇ ਉੱਚੀ ਪੁਕਾਰ ਕਰਦਾ ਬਚਾਓ ਬਚਾਓ। ਔਰ ਇਸੇ ਤਰ੍ਹਾਂ ਹੀ ਜਿਹੜੇ ਜੱਗ ਦੇ ਵਿੱਚ ਡੁੱਬਦੇ ਹੋਏ ਕੋਈ ਵੀ ਜੀਵ ਨੇ ਜਦੋਂ ਸਤਿਗੁਰਾਂ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਸਾਨੂੰ ਬਚਾਓ, ਅਸੀਂ ਡੁੱਬ ਰਹੇ ਮਹਾਰਾਜ ਸਾਨੂੰ ਬਚਾਓ, ਤਾਂ ਸਤਿਗੁਰੂ ਮਹਾਰਾਜ ਜੀ ਉਹਨਾਂ ਨੂੰ ਬਚਾਉਂਦੇ ਹਨ। ਸੋ ਇਸ ਤਰ੍ਹਾਂ ਗੁਰਮੁਖ ਜਨ ਨਾਮ ਜਪ ਕੇ ਬਚ ਗਏ ਨੇ। ਸਤਿਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਉਹਨਾਂ ਦੇ ਉੱਤੇ। ਮਹੱਲਾ ਪਹਿਲਾ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਹ ਜਿਹੜਾ ਸਲੋਕ ਉਚਾਰਨ ਕੀਤਾ ਹੈ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਲਾ ਦੀਪ ਗਏ ਰਾਜਾ ਸ਼ਿਵਨਾਭ ਨੂੰ ਉਪਦੇਸ਼ ਦੇ ਕੇ, ਸੋ ਉਹ ਤੋਂ ਵਿਦਾ ਹੋ ਕੇ ਅੱਗੇ ਤ੍ਰਿਆ ਰਾਜ ਵਿੱਚ ਪਹੁੰਚ ਗਏ। ਇਹ ਤ੍ਰਿਆ ਰਾਜ ਅਸਾਮ ਦੇ ਵਿੱਚ, ਸੋ ਜਿੱਥੇ ਅੱਗੇ ਜਾ ਕੇ ਪਹਿਲਾਂ ਅਸਾਮ ਆਉਂਦਾ, ਫਿਰ ਪਹਾੜੀ ਇਲਾਕੇ ਵਿੱਚ ਅੱਗੇ ਜਾ ਕੇ ਅਪਰ ਅਸਾਮ ਆਉਂਦਾ। ਉੱਥੇ ਤਿੰਨਸੁਖੀਆ ਸ਼ਹਿਰ ਪੈਂਦਾ। ਤਿੰਨਸੁਖੀਆ ਸ਼ਹਿਰ ਤੋਂ ਫਿਰ ਅੱਗੇ 40 ਕਿਲੋਮੀਟਰ 'ਤੇ ਕਾਮਰੂ ਦੇਸ਼ ਪੈਂਦਾ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਨੂਰ ਸ਼ਾਹ ਦਾ ਨਿਸਤਾਰਾ ਕੀਤਾ, ਉਹਦਾ ਭਲਾ ਕੀਤਾ। ਜਿੱਥੇ ਬੰਗਾਲ ਅਤੇ ਅਸਾਮ ਦੇ ਵਿੱਚ ਹੁਣ ਵੀ ਲੋਕਾਂ ਕੋਲ ਜਾਦੂ ਬਹੁਤ ਜ਼ਿਆਦਾ ਆ ਉੱਥੇ, ਔਰ ਇਸ ਚੀਜ਼ ਨੂੰ ਸਾਰੇ ਸੰਸਾਰ ਦੇ ਅੰਦਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਡਾ ਪ੍ਰਭਾਵ ਬਣੇ, ਹਰੇਕ ਬੰਦੇ ਦੇ ਉੱਤੇ ਅਸਰ ਪਾਉਂਦੇ ਨੇ। ਇਹਦੇ 'ਚ ਕੋਈ ਜ਼ਿਆਦਾ ਆਕੜ ਵਾਲੀ ਗੱਲ ਨਹੀਂ ਕਿ ਉਹ ਚੀਜ਼ਾਂ ਪ੍ਰਭਾਵ ਨਹੀਂ ਕਰਦੀਆਂ, ਕਿਉਂਕਿ ਐਸੀਆਂ ਕਈ ਚੀਜ਼ਾਂ ਅਸੀਂ ਉੱਧਰ ਜਾ ਕੇ ਵੀ ਆਏ ਬਹੁਤ ਸਾਲ ਪਹਿਲਾਂ ਦਰਸ਼ਨ ਕਰਨ ਵਾਸਤੇ। ਉੱਥੇ ਹੁਣ ਵੀ ਐਸੇ ਹੀ ਲੋਕ ਇਹਨਾਂ ਹੀ ਕੰਮਾਂ 'ਚ ਫਸੇ ਹੋਏ ਨੇ, ਕਿਉਂਕਿ ਉੱਥੇ ਹੋਰ ਕੋਈ ਕੰਮ ਹੀ ਨਹੀਂ ਹੈ। ਬਚਪਨ ਤੋਂ ਲੈ ਕੇ ਬਸ ਨਿਆਣੇ ਬਹੁਤੇ ਇੱਧਰਲੀ ਪੈ ਜਾਂਦੇ ਨੇ ਕਿ ਇਹੀ ਚੀਜ਼ ਵਧੀਆ ਸਭ ਤੋਂ। ਬਹੁਤੇ ਲੋਕ ਐਸੇ ਦੇਖਣ ਵਿੱਚ ਮਿਲਦੇ ਨੇ। ਸੋ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਗਏ, ਕਿਉਂਕਿ ਉਹਦੀ ਕੈਦ ਵਿੱਚ ਬੜੇ ਲੋਕ ਉਹਨੇ ਮੰਤਰਾਂ ਦੇ ਬਲ ਨਾਲ, ਜਾਦੂ ਦੇ ਬਲ ਨਾਲ ਕਾਬੂ ਕੀਤੇ ਹੋਏ ਸੀ। ਸੋ ਉਹਨਾਂ ਦੇ ਉੱਤੇ ਆਪਣਾ ਐਸਾ ਕਾਬੂ ਪਾਇਆ ਕਿ ਉਹਦੇ ਦਾਸ ਬਣ ਕੇ, ਨੌਕਰ ਬਣ ਕੇ ਬੜੇ ਬੜੇ ਲੋਕ ਉੱਥੇ ਰਹਿੰਦੇ ਸੀ। ਭਾਈ ਮਰਦਾਨੇ ਨੂੰ ਜਦੋਂ ਪਿਆਸ ਲੱਗੀ ਤਾਂ ਬੇਨਤੀ ਕੀਤੀ, ਮਹਾਰਾਜ ਮੇਰਾ ਤਾਂ ਮੂੰਹ ਸੁੱਕਦਾ ਜਾਂਦਾ, ਜੇ ਆਗਿਆ ਹੋਵੇ ਪਾਣੀ ਪੀਆਵਾਂ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਾਂ ਪਾਣੀ ਪੀਆ, ਇੱਕ ਗੱਲ ਦਾ ਖਿਆਲ ਰੱਖੀ, ਜੇ ਤੈਨੂੰ ਕੋਈ ਇਹ ਕਹੇ ਵੀ ਆ ਜਾਓ ਅੰਦਰ ਆ ਕੇ ਪਾਣੀ ਪੀ ਲਓ, ਇਹ ਨਾ ਕਰੀ ਕੰਮ। ਇੱਥੇ ਬਹੁਤ ਜ਼ਿਆਦਾ ਖਤਰਾ, ਲੋਕ ਚਲਾਕ ਬਹੁਤ ਨੇ। ਔਰ ਇਸੇ ਪ੍ਰਕਾਰ ਇੱਕ ਔਰਤ ਦੇ ਘਰ ਅੱਗੇ ਖੜਾ ਹੋ ਕੇ ਕਹਿਣ ਲੱਗਿਆ ਮੈਨੂੰ ਪਾਣੀ ਪਿਆ। ਉਹਨੇ ਕਿਹਾ ਅੰਦਰ ਆ ਕੇ ਪੀ ਲਓ। ਗੱਲ ਉਹੀ ਹੈ ਜੋ ਮਹਾਰਾਜ ਨੂੰ ਪਤਾ ਹੈ ਕੀ ਹੋਣਾ, ਕੌਤਕ ਇਸੇ ਤਰ੍ਹਾਂ ਹੀ ਵਰਤਣਾ। ਤ੍ਰਿਆ ਰਾਜ ਦਾ ਮਤਲਬ ਸੀ ਜਿੱਥੇ ਮਰਦ ਰਾਜ ਨਹੀਂ ਸੀ ਕਰਦੇ, ਔਰਤਾਂ ਨੇ ਮਰਦਾਂ ਨੂੰ ਵੀ ਗੁਲਾਮ ਬਣਾ ਕੇ ਜਿੱਥੇ ਰੱਖਿਆ ਹੋਇਆ ਸੀ। ਭਾਈ ਮਰਦਾਨੇ ਨੇ ਉਹ ਵਚਨ ਭੁੱਲ ਕੇ ਅੰਦਰ ਚਲਿਆ ਗਿਆ, ਪਲੰਘ 'ਤੇ ਬਿਠਾ ਲਿਆ, ਪੁੱਛਿਆ ਆਪ ਦਾ ਨਾਮ ਕੀ ਹੈ, ਕਿਹੜੇ ਦੇਸ਼ 'ਚ ਰਹਿੰਦੇ ਹੋ, ਕਿੱਥੇ ਜਾਣਾ ਹੈ। ਭਾਈ ਮਰਦਾਨਾ ਨੇ ਕਿਹਾ ਮੇਰਾ ਨਾਮ ਮਰਦਾਨਾ ਹੈ, ਦੇਸ਼ ਪੰਜਾਬ ਹੈ, ਅਸੀਂ ਸਾਰੇ ਥਾਵਾਂ 'ਤੇ ਘੁੰਮ ਕੇ ਸੈਰ ਕਰਦੇ ਹਾਂ। ਪ੍ਰਚਾਰ ਵੀ ਉਹਨੂੰ ਪਤਾ ਹੈ ਕਿ ਪ੍ਰਚਾਰ ਕਰਦੇ ਹਾਂ, ਥਾਂ ਥਾਂ ਦੇ ਉੱਤੇ ਗੁਰੂ ਸਾਹਿਬ ਤਾਰਦੇ ਵੀ ਨੇ, ਪਰ ਸ਼ੌਂਕ ਵੀ ਰੱਖਦਾ ਸੀ ਕਿ ਅਸੀਂ ਥਾਂ ਥਾਂ ਘੁੰਮਦੇ ਹਾਂ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਹਾਨੇ ਦੇ ਨਾਲ ਕਰਦੀ ਸੀ ਔਰਤ ਨੇ। ਪਾਣੀ ਪਿਆਉਣ ਦੇ ਬਹਾਨੇ ਇੱਕਦਮ ਉਹਦੇ ਪਿਛਲੇ ਪਾਸਿਓਂ ਹੋ ਕੇ ਗਲ ਦੇ ਵਿੱਚ ਤੰਤਰ ਜਿਹਾ ਪਾਤਾ ਇੱਕ। ਇਹ ਬਹੁਤ ਜ਼ਬਰਦਸਤ ਚੀਜ਼ਾਂ ਹੁੰਦੀਆਂ ਨੇ। ਆਮ ਲੋਕ ਇਹਨਾਂ ਨੂੰ ਛੁਪਾਉਣ ਦਾ ਯਤਨ ਕਰਦੇ ਰਹਿੰਦੇ ਨੇ, ਇਹ ਹੁੰਦੀਆਂ ਨਹੀਂ, ਕੁਛ ਨਹੀਂ ਹੁੰਦੀਆਂ, ਕੋਈ ਪ੍ਰਭਾਵ ਨਹੀਂ ਹੁੰਦਾ। ਉਸ ਜਿੱਥੇ ਹਿਰਦੇ 'ਚ ਨਾਮ ਵਸਿਆ ਹੁੰਦਾ ਉੱਥੇ ਇਹਨਾਂ ਦਾ ਪ੍ਰਭਾਵ ਨਹੀਂ ਹੁੰਦਾ। ਸਤਿਗੁਰੂ ਨੇ ਤਾਂਹੀਓ ਹਲੇ ਮਰਦਾਨੇ ਨੂੰ ਅਗਿਆਨਤਾ 'ਚ ਰੱਖਿਆ ਹੋਇਆ ਸੀ, ਕਿਉਂਕਿ ਇਹਦੇ ਰਾਹੀਂ ਕੌਤਕ ਵਰਤਾਉਣੇ ਸੀ ਬੜੇ, ਤਾਂ ਕਿ ਅਣਭੋਲ ਜਾਣ ਕੇ ਇਹਨੂੰ ਕੋਈ ਫੜੇ ਜਾਂ ਕੋਈ ਫਸਾਵੇ, ਜਾਂ ਕੌਡਾ ਰਾਖਸ਼ ਵੀ ਹੋਇਆ ਹੋਰ ਕਈਆਂ ਦਾ ਭਲਾ ਕਰਨ ਵਾਸਤੇ ਇਹਨੂੰ ਭੁੱਖ ਲਾ ਦੇਣੀ। ਭੁੱਖ ਤਾਂ ਲੱਗਣੀ ਸੁਭਾਵਿਕ ਹੀ ਸੀ। ਫਿਰ ਇਹਨੂੰ ਇਸ ਤਰ੍ਹਾਂ ਮੇਢਾ ਜਿਹਾ ਬਣਾ ਕੇ ਬਿਠਾ ਲਿਆ, ਗਲ 'ਚ ਰੱਸੀ ਪਾ ਲਈ, ਮੇਖ ਨਾਲ ਬੰਨ੍ਹ ਦਿੱਤਾ, ਆਪ ਸਿਰ 'ਤੇ ਘੜਾ ਰੱਖ ਕੇ ਪਾਣੀ ਲੈਣ ਚਲੀ ਗਈ।
कवि संतोख सिंह जी इस प्रकार लिखते हैं, सो सुन पान पियावन के मिस, कि पानी पियाउण दे मिस हुंदा बहाने, गरीब मैं तंत को डार बंधाना। गर्दन दे विच तंत्र जिहा पा दिता, इहने बंध दिता। इंडक भाव पलटी नरदेह, करूप भयो मुख बोलते आना। वो ऐसा पलटा दिता, इंडक तो भाव जो उस वक्त मेंढा बना दिता, करूप जिहा हो गया, मूँह विचों कुछ होर ही बोल बोलदा। चंचल नार चलित्र है सो कर दामन, लेकर ताछिन माही। गरीब बिखै तिन बांध लई, पुन मेह के संग दई गठ ताही। आप चली घट सीस धरा, जल लेवन को उदपान जहाही। खूह ते चली गई आप पानी लैण, ਇਹਦੇ ਤੇ ਉਹ ਚੀਜ਼ ਦਾ ਪ੍ਰਭਾਵ ਪਾ ਦਿੱਤਾ। ਸੋ ਦੇਰ ਹੋ ਗਈ ਜਦੋਂ ਕਾਫੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਬਈ ਬਾਈ ਬਾਲਾ ਇਹ ਮਰਦਾਨਾ ਹੁਣ ਫਸ ਗਿਆ ਉੱਥੇ ਜਾ ਕੇ, ਸਾਨੂੰ ਪਤਾ ਸੀ ਇਹ ਅੰਦਰ ਜਾਏਗਾ ਜ਼ਰੂਰ। ਸੋ ਉਸ ਵਕਤ ਮਹਾਰਾਜ ਕਹਿੰਦੇ ਚਲੋ ਦੇਖਣ ਚੱਲੀਏ। ਜਿਸ ਵੇਲੇ ਔਰਤ ਸਿਰ ਤੇ ਘੜਾ ਰੱਖ ਕੇ ਬੂਹੇ ਤੋਂ ਬਾਹਰ ਨਿਕਲੀ, ਉਸੇ ਵੇਲੇ ਗੁਰੂ ਸਾਹਿਬ ਵੀ ਉੱਥੇ ਪਹੁੰਚ ਗਏ। ਉਹਨੂੰ ਕਹਿਣ ਲੱਗੇ ਸਾਡਾ ਇੱਕ ਬੰਦਾ ਇੱਧਰ ਆਇਆ ਪਾਣੀ ਪੀਣ ਵਾਸਤੇ, ਵਾਪਸ ਨਹੀਂ ਮੁੜਿਆ, ਕਿੱਥੇ ਆ? ਉਹ ਕਹਿਣ ਲੱਗੀ ਇੱਥੇ ਤਾਂ ਕੋਈ ਨਹੀਂ ਆਇਆ, ਕਿਧਰੇ ਹੋਰ ਥਾਂ ਗਿਆ ਹੋਣਾ, ਅੱਗੇ ਜਾ ਕੇ ਦੇਖ ਲਓ। ਇਹਨੇ ਨੂੰ ਭਾਈ ਮਰਦਾਨਾ ਨੇ ਆਵਾਜ਼ ਪਛਾਣ ਲਈ ਮਹਾਰਾਜ ਦੀ, ਔਰ ਭਿਆਂ ਭਿਆਂ ਕਰਕੇ ਬੋਲਣ ਲੱਗਿਆ, ਬਸ ਨਾ ਬਸਾਵ ਹੈ ਫਸੇ ਕੋ, ਬਾਸ ਬਿਖੈ ਬੰਧਾਨ। ਭਿਆਂ ਭਿਆਂ ਭਨ ਹੈ ਸੁਨਾਵਈ, ਭਗਤ ਵਛਲ ਕੇ ਕਾਨ। ਭਗਤਾਂ ਦੇ ਪਿਆਰੇ ਗੁਰੂ ਨਾਨਕ ਦੇਵ ਜੀ ਦੇ ਕੰਨ ਵਿੱਚ ਆਪਣੀ ਆਵਾਜ਼ ਨੂੰ ਸੁਣਾਉਂਦਾ, ਮਹਾਰਾਜ ਸੁਣੋ, ਮਹਾਰਾਜ ਮੇਰੀ ਬੇਨਤੀ ਸੁਣੋ, ਮੈਂ ਇੱਥੇ ਅੰਦਰ ਹੀ ਹਾਂ। ਮਹਾਰਾਜ ਨੇ ਸੁਣ ਕੇ ਕਿਹਾ ਕਿਉਂ ਝੂਠ ਬੋਲਦੀ ਹੋ, ਤੇਰੇ ਘਰ ਦੇ ਅੰਦਰ ਹੀ ਹੈ। ਔਰਤ ਨੇ ਕਿਹਾ ਜੇ ਯਕੀਨ ਨਹੀਂ ਅੰਦਰ ਜਾ ਕੇ ਦੇਖ ਲਓ। ਹਜ਼ੂਰ ਨੇ ਅੰਤਰਜਾਮੀ ਚੰਚਲ ਇਸਤਰੀ ਸੀ ਜਿਹੜੀ, ਉਹਦੇ ਕੌਤਕ ਨੂੰ ਦੇਖ ਕੇ ਗਿਆ, ਕੱਲਰ ਕੀ ਵਣਜਾਰੀਆਂ ਝੂੰਗੇ ਮੁਸਕ ਮੰਗੇਨ, ਅਮਲਾ ਬਾਝੋ ਨਾਨਕਾ ਕਿਉਂ ਕਰ ਕੰਤ ਮਿਲੇਨ। ਕੱਲਰ ਦੀਆਂ ਵਣਜਾਰੀਆਂ ਦੱਸਿਆ ਉਹਨਾਂ ਨੂੰ। ਸੋ ਇਸ ਕਰਕੇ ਕੱਲਰ ਖੇਤੀ ਬੀਜੀ ਹੈ ਕਿਉਂ ਲਾਹਾ ਪਾਵੈ। ਇੰਨੇ ਅੱਖਰ ਕਹਿਣ ਨਾਲ ਘੜਾ ਔਰਤ ਦੇ ਸਿਰ ਨਾਲ ਹੀ ਜੁੜ ਗਿਆ। ਹੁਣ ਘੜਾ ਪਾਣੀ ਦਾ ਭਰਿਆ ਜਦੋਂ ਸਿਰ ਨਾਲ ਜੁੜਿਆ, ਫਿਰ ਗੁਰੂ ਸਾਹਿਬ ਨੇ ਵਾਹਿਗੁਰੂ ਵਾਹਿਗੁਰੂ ਬਾਣੀ ਉਚਾਰੀ। ਵਾਹਿਗੁਰੂ ਮੰਤਰ ਸੁਣਨ ਨਾਲ ਮਰਦਾਨੇ ਦੇ ਗਲ ਦੇ ਟੰਟ ਜਿਹੜੇ ਪਾਏ ਹੋਏ ਸੀ ਤੰਤਰ ਜਿਹਾ ਟੁੱਟ ਗਿਆ। ਉਹਦੇ ਟੁੱਟਣ ਕਰਕੇ ਮਿਹਡੇ ਤੋਂ ਫਿਰ ਮਨੁੱਖ ਹੋ ਗਿਆ, ਆਪਣਾ ਰਬਾਬ ਚੁੱਕ ਕੇ ਮਹਾਰਾਜ ਦੇ ਪਾਸ ਆ ਗਿਆ। ਯੋਂ ਕਹਤੇ ਸਿਰ ਕੁੰਭ ਲੱਗਿਓ, ਉਤਰੈ ਨਾ ਤਰੈ ਰਹੀ ਹਾਰ ਉਤਾਰੀ। ਭਿਆਂ ਭਿਆਂ ਭਨੀ ਮਰਦਾਨੇ ਜਬੈ, ਕਹੋ ਵਾਹਿਗੁਰੂ ਗੁਰਬਾਣੀ ਉਚਾਰੀ। ਕਹਿੰਦੇ ਕਹੋ ਮਰਦਾਨਿਆਂ ਵਾਹਿਗੁਰੂ ਵਾਹਿਗੁਰੂ ਕਹਿਨੀ, ਸਾਰੇ ਤੰਤਰ ਤੋੜ ਦਿੱਤੇ। ਯੋਂ ਭਨਤੇ ਗਰ ਤੰਤ ਗਈ ਟੁੱਟ, ਭਾ ਤਨ ਮਾਨਵ ਟਾਮਨ ਟਾਰੀ। ਇਉਂ ਕਹਿੰਦਿਆਂ ਸਾਰ ਤੰਤਰ ਟੁੱਟ ਗਿਆ ਤੇ ਭਾਈ ਮਰਦਾਨਾ ਜੀ ਉਸੇ ਵਕਤ ਸਹੀ ਰੂਪ ਵਿੱਚ ਆ ਗਏ। ਲੇਰ ਬਾਬ ਧਰੇ ਨਿਜ ਕੰਧ ਆਇਓ, ਟਿਗ ਲੱਜਤ ਹੇਰ ਅਗਾਰੀ। ਹੁਣ ਸ਼ਰਮਸਾਰ ਹੋਇਆ ਕੋਲ ਖੜ ਗਿਆ। ਮਹਾਰਾਜ ਨੇ ਕਿਹਾ ਸੀ ਤੈਨੂੰ ਕਿਹਾ ਸੀ ਨਾ ਜਾਈ ਅੰਦਰ, ਕਿਉਂ ਅੰਦਰ ਵੜਿਆ? ਬਾਹਰ ਖੜਾ ਹੋ ਕੇ ਪਾਣੀ ਨਹੀਂ ਪੀ ਸਕਦਾ ਤੂੰ? ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਥੋੜ੍ਹੀ ਡਾਂਟ ਵੀ ਲਾਈ। ਸੋ ਹੁਣ ਸਿਰ ਤੋਂ ਘੜਾ ਉਤਾਰਨ ਵਾਸਤੇ ਆਸ-ਪਾਸ ਦੀਆਂ ਔਰਤਾਂ ਨੇ ਬੜੇ ਜੰਤਰ ਮੰਤਰ ਪੜ੍ਹ ਕੇ ਯਤਨ ਕੀਤੇ, ਘੜਾ ਉਤਰਿਆ ਹੀ ਨਾ ਸਿਰ ਤੋਂ। ਫਿਰ ਕਿਸੇ ਨੇ ਉਸ ਨਗਰੀ ਦੀ ਵੱਡੀ ਸਰਦਾਰਨੀ ਨੂਰ ਸ਼ਾਹ ਨੂੰ ਜਾ ਕੇ ਕਿਹਾ ਕਿ ਇੱਕ ਚੇਟਕੀ ਫਕੀਰ ਆਇਆ, ਉਹਨੇ ਇੱਕ ਔਰਤ ਦੇ ਸਿਰ ਤੇ ਘੜਾ ਲਾ ਦਿੱਤਾ। ਅਸੀਂ ਬਹੁਤ ਮੰਤਰ ਜੰਤਰ ਪੜ੍ਹ ਕੇ ਹਾਰ ਚੁੱਕੀਆਂ, ਪਰ ਘੜਾ ਨਹੀਂ ਉਤਰਦਾ। ਇਹ ਗੱਲ ਸੁਣ ਕੇ ਨੂਰ ਸ਼ਾਹ ਬਹੁਤੀ ਜ਼ਿਆਦਾ ਆਪਣੇ ਆਪ ਨੂੰ ਸਿਆਣੀ ਸਮਝਣ ਵਾਲੀ ਕਈ ਚਤੁਰ ਇਸਤਰੀਆਂ ਹੋਰ ਜਿਹੜੀਆਂ ਮੰਤਰਾਂ ਜੰਤਰਾਂ ਵਿੱਚ ਮਾਹਰ ਸੀ ਭੇਜੀਆਂ। ਨੂਰ ਸ਼ਾਹ ਦੇ ਹੁਕਮ ਅਨੁਸਾਰ ਕੋਈ ਔਰਤ ਢੋਲਕ ਵਜਾਉਂਦੀ ਹੋਈ, ਕੋਈ ਕੰਧ ਨੂੰ ਦੜਾਉਂਦੀ ਹੋਈ, ਕੋਈ ਮੂੰਹ 'ਚੋਂ ਅੱਗ ਕੱਢਦੀ ਹੋਈ, ਕੋਈ ਦਰਖਤ 'ਤੇ ਚੜ੍ਹੀ ਆ ਰਹੀ, ਕੋਈ ਮਿਰਗਸ਼ਾਲਾ ਦੇ ਉੱਤੇ ਬੈਠ ਕੇ ਉੱਡਦੀ ਆ ਰਹੀ। ਸਾਰੀਆਂ ਨੇ ਆ ਕੇ ਜੰਤਰ ਮੰਤਰ 'ਤੇ ਬੜਾ ਜ਼ੋਰ ਲਾਇਆ। ਲਿਖ ਹਾਰੀ ਜੰਤਰ ਸਭੈ ਮੰਤਰਨ, ਪੜ੍ਹਤ ਵਿਸਾਲ, ਘਟਾ ਨਾ ਡੋਲਿਓ ਕਿਸੀ ਤੇ, ਔਰ ਆਚਰਜ ਸਭ ਬਾਲ। ਨੂਰ ਸ਼ਾਹ ਨੂੰ ਫਿਰ ਜਾ ਕੇ ਕਿਸੇ ਨੇ ਕਿਹਾ ਕਿ ਘੜਾ ਤਾਂ ਕਿਸੇ ਕੋਲੋਂ ਵੀ ਨਹੀਂ ਉਤਰਿਆ, ਤੁਸੀਂ ਚੱਲੋ। ਔਰਤ ਬਹੁਤ ਦੁਖੀ, ਭਾਰ ਬੜਾ ਘੜੇ ਦਾ। ਨੂਰ ਸ਼ਾਹ ਨੇ ਵੀ ਆ ਕੇ ਫਿਰ ਬਹੁਤ ਆਪਣੇ ਜੰਤਰ ਮੰਤਰ ਵਰਤੇ, ਕੋਈ ਪੇਸ਼ ਨਾ ਗਈ। ਅਖੀਰ ਸਤਿਗੁਰੂ ਮਹਾਰਾਜ ਦੇ ਚਰਨਾਂ 'ਤੇ ਡਿੱਗ ਪਈ। ਹੁਣ ਕਿਰਪਾ ਕਰਕੇ ਇਹਦਾ ਘੜਾ ਉਤਾਰ ਦਿਓ ਮਹਾਰਾਜ ਜੀ,
ਅਸੀਂ ਅੱਗੇ ਵਾਸਤੇ ਕਿਸੇ ਸੰਤ ਮਹਾਤਮਾ ਦਾ ਨਿਰਾਦਰ ਨਹੀਂ ਕਰਦੀਆਂ। ਹਜ਼ੂਰ ਨੇ ਬਚਨ ਕੀਤਾ, ਅੱਛਾ ਘੜਾ ਉਤਾਰਨਾ ਹੈ, ਇਹਨੂੰ ਕਹਿ ਫਿਰ ਵਾਹਿਗੁਰੂ ਕਹਿ ਵਾਹਿਗੁਰੂ 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 ਕਹਿ ਕੇ ਘੜਾ ਉਤਾਰੋ ਤਾਂ ਉੱਤਰ ਜਾਏਗਾ। ਯੋਂ ਸੁਣ ਕੇ ਤਿਨ ਕੀ ਬੇਨਤੀ ਪੁਨ ਸ੍ਰੀ ਗੁਰੂ ਆਨੰਦ ਬੈਨ ਅਲਾਇਓ। ਇਸ ਤਰ੍ਹਾਂ ਸੁਣ ਕੇ ਉਹਨਾਂ ਦੀ ਬੇਨਤੀ ਗੁਰਾਂ ਨੇ ਫਿਰ ਬਚਨ ਕਿਹਾ, ਵਾਹਿਗੁਰੂ ਕਹਿ ਲਿਓ ਉਤਾਰ, ਉੱਠੀ ਤਤਕਾਲ ਕਬਾਲ ਹਿਲਾਇਓ। ਜਦੋਂ ਵਾਹਿਗੁਰੂ ਕਹਿ ਕੇ ਲਾਹਿਆ ਘੜਾ ਲੈ ਗਿਆ ਔਰ ਨਾਮ ਉਚਾਰਤ ਹੀ ਉਤਰਾ ਘਟ, ਤੀਏ ਚੰਬ ਸਭੈ ਔਰ ਪਾਇਓ। ਘੜਾ ਨਾਮ ਲੈਂਦੇ ਉਤਰ ਗਿਆ ਤੇ ਸਾਰੀਆਂ ਇਸਤਰੀਆਂ ਬੜੀਆਂ ਹੈਰਾਨ ਵੀ ਇੰਨੇ ਮੰਤਰ ਜ਼ਿੰਦਗੀ 'ਚ ਕੀਤੇ ਸਿੱਧ, ਇੰਨਾ ਕੁਝ ਸਾਡੇ ਕੋਲੇ ਆ ਪਹਿਲੀ ਵਾਰ ਦੇਖਿਆ ਕਿ ਵਾਹਿਗੁਰੂ ਮੰਤਰ ਇੰਨਾ ਵੱਡਾ, ਇਹਦੇ ਕਹਿਣ ਨਾਲ ਹੀ ਘੜਾ ਉਤਰ ਗਿਆ। ਆਨੋ ਪਾਇਨ ਭੂਰ ਧਰੀ ਮੁਕਤਾ ਸਭ ਹੀਰ ਤੇ ਚੀਰ ਮੰਗਾਇਓ। ਉਸ ਵਕਤ ਨੂਰ ਸ਼ਾਹ ਕਹਿਣ ਲੱਗੀ, ਜਾਓ ਭੇਟਾ ਲੈ ਕੇ ਆਓ। ਮਹਾਰਾਜ ਦੇ ਚਰਨਾਂ 'ਚ ਮੋਤੀ ਹੀਰੇ ਬਸਤਰ ਬਹੁਤ ਚੀਜ਼ਾਂ ਹਾਜ਼ਰ ਕੀਤੀਆਂ, ਆਪਣੇ ਨਾਲੋਂ ਵੱਡਾ ਜਾਣ ਕੇ ਤੇ ਬਹੁਤ ਵੱਡੇ ਨੇ। ਉਸ ਵਕਤ ਸਾਰੀਆਂ ਦੇ ਮਨ 'ਚ ਡਰ ਪੈਦਾ ਹੋ ਗਿਆ, ਕੋਲ ਬੈਠ ਗਈਆਂ, ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ, ਅਸੀਂ ਭੁੱਲੀਆਂ ਭਟਕੀਆਂ ਹਾਂ, ਅਸੀਂ ਇਹਨਾਂ ਮੰਤਰਾਂ ਜੰਤਰਾਂ ਵਿੱਚ ਫਸ ਕੇ ਬੜੇ ਬੰਦੇ ਆਪਣੇ ਕਾਬੂ 'ਚ ਕੀਤੇ ਹੋਏ ਨੇ ਇੱਥੇ, ਔਰ ਸਾਰੇ ਸਾਡਾ ਪਾਣੀ ਭਰਦੇ ਨੇ। ਇੱਕ ਮਰਦਾਨੇ ਦੇ ਬਹਾਨੇ ਗੁਰੂ ਨਾਨਕ ਦੇਵ ਜੀ ਨੇ ਉੱਥੋਂ ਹਜ਼ਾਰਾਂ ਬੰਦੇ ਜਿਹੜੇ ਕੈਦ 'ਚ ਪਾਏ ਹੋਏ ਸਭ ਛੁਡਾ ਲਏ, ਬਾਹਰ ਕਢਵਾ ਲਏ ਉੱਥੋਂ। ਸੋ ਇਸ ਤਰ੍ਹਾਂ ਮਹਾਰਾਜ ਨੇ ਫਿਰ ਜਦੋਂ ਉਹਨਾਂ ਨੂੰ ਉਪਦੇਸ਼ ਕੀਤਾ, ਇਹ ਨੂਰ ਸ਼ਾਹ ਦਾ ਨਿਸਤਾਰਾ ਕੀਤਾ, ਉਸ ਵਕਤ ਉਚਾਰਨ ਕੀਤਾ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੱਲੀ ਅਸੀਂ ਚੰਗੀਆ ਆਚਾਰੀ ਬੁਰੀਆ। ਸਤਿਗੁਰੂ ਕਹਿੰਦੇ ਗੱਲਾਂ ਕਰਕੇ ਤਾਂ ਅਸੀਂ ਬਹੁਤ ਚੰਗੀਆਂ ਸਾਰੀਆਂ, ਤੁਸੀਂ ਇਸਤਰੀਆਂ ਬੜੀਆਂ ਗੱਲਾਂ ਸਭ ਕੁਝ ਕਰਦੀਆਂ ਹੋ, ਪਰ ਆ ਜਿਹੜੇ ਤੁਹਾਡੇ ਕਰਤੱਵ ਨੇ ਨਾ, ਆਚਰਨ ਤੁਹਾਡਾ ਬਹੁਤ ਮਾੜਾ। ਮਨਹੁ ਕੁਸੁੱਧਾ ਕਾਲੀਆ ਬਾਹਰ ਚਿਟਵੀਆ। ਆ ਮਨ ਕਰਕੇ ਤੁਸੀਂ ਬਹੁਤ ਕੁਸੁੱਧਾ ਹੋ, ਕੋਥਰੀਆਂ, ਅਪਵਿੱਤਰ ਹੋ, ਕਾਲੀਆਂ ਭੇਡਾਂ ਹੋ ਅੰਦਰੋਂ ਤੁਸੀਂ, ਪਰ ਬਾਹਰੋਂ ਚਿੱਟੀਆਂ ਗੋਰੇ ਰੰਗ ਵਾਲੀਆਂ ਦਿਖਦੀਆਂ ਤੁਸੀਂ। ਰੀਸਾਂ ਕਰ ਹੈ ਤੇ ਨਾੜੀਆਂ ਜੋ ਸੇਵਹਿ ਦਰ ਖੜੀਆਂ। ਰੀਸਾਂ ਤੁਸੀਂ ਉਹਨਾਂ ਪਤੀ ਵਰਤਾ ਧਰਮ ਵਾਲੀਆਂ ਇਸਤਰੀਆਂ ਦੀਆਂ ਰੀਸਾਂ ਕਰਦੇ ਹੋ ਜੋ ਘਰ ਦੇ ਦਰਵਾਜ਼ੇ ਉੱਪਰ ਖਲੋ ਕੇ ਉਦਮ ਸਹਿਤ ਹੋ ਕੇ ਪਤੀ ਦੀ ਸੇਵਾ ਕਰਦੀਆਂ ਨੇ। ਨਾਲ ਖਸਮੈ ਰੱਤੀਆਂ ਮਾਣੈ ਸੁਖ ਰਲੀਆਂ। ਜੋ ਖਸਮ ਦੇ ਪ੍ਰੇਮ ਵਿੱਚ ਜਾਂ ਸੇਵਾ ਨਾਲ ਮਿਲੀਆਂ ਰਹਿੰਦੀਆਂ, ਰੱਤੀਆਂ ਰਹਿੰਦੀਆਂ, ਉਹ ਸੁਖ ਪੂਰਵਕ ਜਿਹੜੀਆਂ ਨੇ ਖੁਸ਼ੀਆਂ ਨੂੰ ਭੋਗਦੀਆਂ ਨੇ, ਮਾਣਦੀਆਂ, ਆਨੰਦ ਮਾਣਦੀਆਂ ਨੇ। ਹੁੰਦਾ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ। ਐਸੀਆਂ ਔਰਤਾਂ ਬਲਦੇ ਹੁੰਦਿਆਂ ਹੋਇਆਂ ਵੀ ਨਿਤਾਣੀਆਂ ਤੇ ਮਾਣਦੇ ਹੁੰਦਿਆਂ ਨਿਮਾਣੀਆਂ ਹੋ ਕੇ ਰਹਿੰਦੀਆਂ। ਜਿਵੇਂ ਕਾਬਲ ਦੇ ਵਿੱਚੋਂ ਆ ਕੇ ਇੱਕ ਮਾਤਾ ਗੋਇੰਦਵਾਲ ਸਾਹਿਬ ਸੇਵਾ ਕਰਕੇ ਰੋਜ਼ਾਨਾ ਕਾਬਲ ਚਲੀ ਜਾਂਦੀ ਸੀ, ਉਹਨੇ ਆਪਣਾ ਆਪ ਕਦੇ ਜਣਾਇਆ, ਨਿਮਾਣੇ ਮਨ ਨਾਲ ਰੋਜ਼ਾਨਾ ਸੇਵਾ ਕਰਦੀ ਸੀ। ਇਸੇ ਤਰ੍ਹਾਂ ਕਾਬਲ ਦੇ ਵਿੱਚੋਂ ਮਾਈ ਸੇਵਾ ਅੰਮ੍ਰਿਤਸਰ ਸਾਹਿਬ ਆ ਕੇ ਸੇਵਾ ਕਰਦੀ ਹੁੰਦੀ ਸੀ ਆਪਣੀ ਸ਼ਕਤੀ ਨਾਲ। ਉਹਦੇ ਨਾਂ ਤੇ ਬਾਜ਼ਾਰ ਵੀ ਵਸਿਆ, ਮਾਈ ਸੇਵਾ ਬਾਜ਼ਾਰ। ਨਾਨਕ ਜਨਮ ਸਕਾਰ ਥਾ ਜੇ ਤਿਨ ਕੈ ਸੰਗ ਮਿਲਾ। ਮਹਾਰਾਜ ਕਹਿੰਦੇ ਨੂਰ ਸ਼ਾਹ, ਜੇ ਤੂੰ ਉਹਨਾਂ ਔਰਤਾਂ ਨਾਲ ਮਿਲ ਕੇ ਆਪਣਾ ਜੀਵਨ ਚੰਗਾ ਬਣਾ ਲੈਣਾ ਤਾਂ ਤੇਰਾ ਜਨਮ ਸਫਲਾ ਹੋ ਸਕਦਾ। ਸੋ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਦੀ ਅਵਸਥਾ ਦੇਖ ਕੇ ਗੁਰੂ ਸਾਹਿਬ ਕਹਿੰਦੇ ਨੇ, ਇਹਦੇ ਵਿੱਚ ਦੂਜਾ ਅੰਤਰੀ ਭਾਵ ਇਸ ਤਰ੍ਹਾਂ ਹੈ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ। ਸੰਸਾਰਕ ਗੱਲਾਂ ਕਰਕੇ ਤਾਂ ਅਸੀਂ ਸਾਰੇ ਜੀਵਾਂ ਰੂਪ ਇਸਤਰੀਆਂ ਬਹੁਤ ਚੰਗੇ ਆ, ਪਰ ਕਰਤੱਬਾਂ ਕਰਕੇ ਮਾੜੇ ਆ। ਕੰਮ ਨਹੀਂ ਸਾਡੇ ਚੰਗੇ। ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ। ਮਨੋ ਕੁਸੁੱਧਾਂ ਕਾਲੀਆਂ ਬਾਹਰ ਚਿਟਵੀਆਂ। ਭੈੜਿਆਂ ਸੰਕਲਪਾਂ ਕਰਕੇ ਮਨ ਦੀ ਜਿਹੜੀਆਂ ਸਾਰੀਆਂ ਸੰਕਲਪ ਮਾੜੇ ਨੇ, ਮਨ ਕਰਕੇ ਆਪਾਂ ਅਪਵਿੱਤਰ ਹੀ ਰਹਿੰਦੇ ਹਾਂ। ਤੁਸੀਂ ਜੀਵ ਰੂਪ ਇਸਤਰੀਆਂ, ਸਤਿਗੁਰੂ ਕਹਿੰਦੇ ਅਪਵਿੱਤਰਤਾ ਤੁਹਾਡੇ ਮਨ ਦੇ ਅੰਦਰ ਹਮੇਸ਼ਾ ਬਣੀ ਹੋ ਰਹਿੰਦੀ ਆ, ਅਤੇ ਪਾਪਾਂ ਕਰਕੇ ਕਾਲੀਆਂ। ਸੋ ਇਸ ਤਰ੍ਹਾਂ ਮਾਲਾ ਜਨੇਊ ਤਿਲਕ ਠਾਕੁਰ ਪੂਜਾ ਆਦਿਕ ਕਰਮ ਕਰਕੇ ਬਾਹਰੋਂ ਚਿੱਟੀਆਂ। ਰੀਸਾਂ ਕਰਹਿ ਤੇ ਨਾੜੀਆਂ ਜੋ ਸੇਵੈ ਦਰ ਖੜੀਆਂ।
ਇਹ ਜੀਵ ਰੂਪ ਇਸਤਰੀਆਂ ਉਹਨਾਂ ਮਹਾਤਮਾ ਰੂਪ ਇਸਤਰੀਆਂ ਦੀਆਂ ਰੀਸਾਂ ਕਰਦੀਆਂ ਨੇ, ਜਿਹੜੇ ਸਤਸੰਗਤ ਰੂਪ ਦਰਵਾਜ਼ੇ ਉੱਤੇ ਖਲੋ ਕੇ ਆਪਣੇ ਮਾਲਕ ਪਰਮੇਸ਼ਰ ਦੀ ਸੇਵਾ ਕਰਦੀਆਂ ਹੀ ਰਹਿੰਦੀਆਂ। ਹਮੇਸ਼ਾ ਸਮਾਧ ਚਿੱਤ ਹੋ ਕੇ ਜਿਹੜੇ ਮਹਾਰਾਜ ਦੀ ਸੇਵਾ ਕਰਦੇ ਨੇ, ਉਹਨਾਂ ਵਿੱਚ ਤਾਂ ਅਥਾਹ ਸ਼ਕਤੀ ਆ ਜਾਂਦੀ ਹੈ। ਇਹ ਉਹਨਾਂ ਦੀ ਰੀਸ ਕਰਦੇ ਨੇ। ਉਹ ਜਿਨ੍ਹਾਂ ਦੇ ਅੰਦਰ ਸਤੀ ਵਰਤਾ ਧਰਮ ਹੁੰਦਾ, ਉਹਨਾਂ ਦੇ ਅੰਦਰ ਤਾਂ ਅਥਾਹ ਤਾਕਤ ਆ ਜਾਂਦੀ। ਨਾਲ ਖਸਮੈ ਰਤੀਆਂ ਮਾਣ ਹੈ ਸੁਖ ਰਲੀਆਂ। ਮਹਾਤਮਾ ਰੂਪ ਇਸਤਰੀਆਂ ਆਪਣੇ ਵਾਹਿਗੁਰੂ ਨਾਲ ਪਰਮਾਤਮਾ ਨਾਲ ਰਤੀਆਂ ਹੋਈਆਂ, ਬਹੁਤ ਸੁਖ ਆਰਾਮ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਦੀਆਂ ਜਿਹੜੀਆਂ ਨੇ ਨਾ ਰਲੀਆਂ ਤੋਂ ਭਾਵ ਖੁਸ਼ੀਆਂ ਮਾਣਦੀਆਂ ਨੇ। ਉਹਨਾਂ ਦੇ ਅੰਦਰ ਉਹ ਆਨੰਦ ਰਾਜ ਲੀਲਾ ਤੇਰਾ ਨਾਮ ਬਨਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਹੁੰਦਾ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ। ਆਤਮਿਕ ਬਲ ਦੇ ਹੁੰਦਿਆਂ ਹੋਇਆਂ ਵੀ ਅੰਦਰ ਇੰਨੀ ਸ਼ਕਤੀ ਇੰਨੀ ਤਾਕਤ ਹੁੰਦੀ ਹੈ, ਫਿਰ ਵੀ ਨਿਤਾਣੇ ਹੋ ਕੇ ਰਹਿਣਾ। ਭਾਈ ਮਤੀ ਦਾਸ ਨੂੰ ਮਾੜਾ ਜਿਹਾ ਮਾਣ ਹੋ ਗਿਆ ਸੀ ਕਿ ਮੈਂ ਸਭ ਕੁਝ ਉਡਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਮੁੰਦਰ ਸ਼ਾਂਤ ਹੈ ਤੇ ਸਮੁੰਦਰ ਚੋਂ ਨਿਕਲੀ ਇੱਕ ਨਿੱਕੀ ਜਿਹੀ ਬੂੰਦ ਕਿਵੇਂ ਰੌਲਾ ਪਾ ਰਹੀ। ਸ਼ਾਂਤ ਹੋ ਕੇ ਨਹੀਂ ਬੈਠਿਆ ਜਾਂਦਾ, ਪਰ ਜਿਨ੍ਹਾਂ ਦੇ ਅੰਦਰ ਅਥਾਹ ਤਾਕਤ ਹੈ, ਇੱਥੋਂ ਤੱਕ ਵੀ ਹੋਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਬੜੇ ਬੜੇ ਮਹਾਂਪੁਰਖ ਹੋ ਕੇ ਦੁਨੀਆ ਤੋਂ ਚਲੇ ਗਏ ਨੇ, ਇੱਥੋਂ ਤੱਕ ਵੀ ਕੋਲ ਰਹਿਣ ਵਾਲਿਆਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਦਾ ਵੀ ਇੰਨੀ ਤਾਕਤ ਦੇ ਮਾਲਕ ਨੇ। ਉਹ ਸੁਣ ਕੇ ਹੈਰਾਨ ਹੋ ਜਾਈਦਾ, ਕਹਿੰਦੇ ਉਹਨਾਂ 'ਚ ਤਾਕਤ ਹੀ ਨਹੀਂ ਸੀ। ਤੇ ਇਸ ਕਰਕੇ ਸੱਤਵੀਂ ਭੂਮਿਕਾ ਦਾ ਮਾਲਕ ਹੋਵੇ, ਬ੍ਰਹਮ ਗਿਆਨ ਦੇ ਵਿੱਚ ਸੰਪੂਰਨ ਹੋਵੇ, ਫਿਰ ਕੋਲ ਰਹਿਣ ਵਾਲੇ ਨੂੰ ਪਤਾ ਨਾ ਲੱਗੇ, ਫਿਰ ਤਾਂ ਉਹਨੂੰ ਕੀ ਕਹੀਏ। ਹੁਣ ਇਸ ਕਰਕੇ ਬਹੁਤ ਉੱਚੀ ਅਵਸਥਾ ਦੇ ਮਾਲਕ ਹੁੰਦਿਆਂ ਆਪਣੇ ਆਪ ਨੂੰ ਜਰ ਕੇ ਰੱਖਣਾ, ਆਪਣੀ ਅਵਸਥਾ ਨੂੰ ਕਿਸੇ ਨੂੰ ਦਿਖਾਉਣਾ ਨਾ, ਸਾਰੀ ਜ਼ਿੰਦਗੀ ਐਂ ਲੰਘਾ ਦੇਣੀ ਸੰਸਾਰ ਦੇ ਅੰਦਰ। ਤਾਕਤ ਹੁੰਦਿਆਂ ਹੋਇਆਂ ਤਾਕਤ ਦਾ ਪ੍ਰਦਰਸ਼ਨ ਨਾ ਕਰਨਾ ਹੀ ਤਾਕਤ ਹੈ। ਤੇ ਤਾਕਤ ਮਾੜੀ ਮੋਟੀ ਐਵੇਂ ਰਿੱਧੀਆਂ ਸਿੱਧੀਆਂ ਲੈ ਕੇ ਲੋਕਾਂ 'ਚ ਦਿਖਾਵਾ ਕਰਕੇ ਫਿਰ ਆਪਣੀ ਸ਼ੋਭਾ ਬਣਾਉਣੀ ਬਹੁਤ ਮਾੜੀ ਗੱਲ ਦੱਸੀ ਮਹਾਰਾਜ ਨੇ। ਸਤਿਗੁਰੂ ਕਹਿੰਦੇ ਨਾਨਕ ਸੋ ਹੁੰਦਾ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ। ਤੇ ਜਾਤੀ ਵਿਦਿਆ ਧਨ ਆਦਿਕ ਦੇ ਮਾਣ ਤੋਂ ਵੀ ਨਿਮਾਣੀਆਂ ਹੋ ਕੇ ਬਹੁਤ ਗਰੀਬੜਾ ਜਿਹਾ ਸੁਭਾਅ ਰੱਖਣਾ, ਨਿਮਰਤਾ ਰੱਖਣੀ ਆਪਣੇ ਅੰਦਰ। ਬ੍ਰਹਮ ਗਿਆਨੀਆਂ ਨੂੰ ਅਸੀਂ ਜਾਣ ਕੇ ਵੀ ਛੇੜ ਲੈਂਦੇ ਕਈ ਵਾਰੀ ਵੀ ਤੁਹਾਡੇ ਤਾਂ ਬਾਬਾ ਜੀ ਬਹੁਤ ਤਾਕਤ ਹੈ, ਵੀ ਦੇਖਦੇ ਕੀ ਜਵਾਬ ਦਿੰਦੇ ਨੇ। ਉਹ ਅੱਗਿਓਂ ਕਹਿਣਗੇ ਭਾਈ ਸਾਡੇ 'ਚ ਤਾਂ ਕੀੜੀ ਜਿੰਨੀ ਵੀ ਤਾਕਤ ਹੈ ਨਹੀਂ, ਅਸੀਂ ਤਾਂ ਬਹੁਤ ਤਾਕਤੇ ਜਿਹੇ ਹਾਂ ਭਾਈ, ਸਾਡੇ 'ਚ ਤਾਂ ਕੁਝ ਵੀ ਨਹੀਂ ਹੈ। ਸੋ ਇਸ ਤਰ੍ਹਾਂ ਆਮ ਸੰਸਾਰੀ ਲੋਕਾਂ ਨੂੰ ਵਿਚਾਰਿਆਂ ਦੇ ਬਹੁਤ ਥੱਲੇ ਹੁੰਦੇ ਨੇ, ਜਿਨ੍ਹਾਂ ਦੀ ਸੋਚਣੀ ਬਹੁਤ ਘਟੀਆ ਕਿਸਮ ਦੀ ਹੁੰਦੀ ਹੈ ਔਰ ਬੜੇ ਗਲਤ ਢੰਗ ਦੇ ਲੋਕ। ਸੋ ਇਸ ਤਰ੍ਹਾਂ ਨੂਰ ਸ਼ਾਹ ਦਾ ਗੁਰਾਂ ਨੇ ਨਿਸਤਾਰਾ ਕੀਤਾ, ਉਹਨੂੰ ਉਪਦੇਸ਼ ਦਿੱਤਾ ਕਿ ਤਾਕਤ ਹੁੰਦਿਆਂ ਹੋਇਆਂ ਵੀ ਦਿਖਾਉਣੀ ਨਹੀਂ ਆਪਣੀ ਕਿਸੇ ਨੂੰ। ਤੁਸੀਂ ਤਾਂ ਹਰੇਕ ਨੂੰ ਆਪਣੀ ਸ਼ਕਤੀ ਜ਼ਾਹਰ ਕਰ ਕਰਕੇ ਉਹਨੂੰ ਆਪਣੇ ਗੁਲਾਮ ਬਣਾਇਆ ਹੋਇਆ। ਨਾਨਕ ਜਨਮ ਸਕਾਰਥਾ ਜੇ ਤਿਨ ਕੈ ਸੰਗ ਮਿਲਾਹ। ਮਹਾਰਾਜ ਕਹਿੰਦੇ ਹੇ ਜਗਿਆਸੂ, ਜੇ ਤੂੰ ਪ੍ਰਮਾਤਮਾ ਅਕਾਲ ਪੁਰਖ ਉਹਨਾਂ ਜਿਹੜੇ ਪ੍ਰਮਾਤਮਾ ਨੂੰ ਮਿਲੇ ਹੋਏ ਨੇ ਮਹਾਤਮਾ, ਉਹਨਾਂ ਮਹਾਤਮਾ ਰੂਪ ਇਸਤਰੀਆਂ ਨਾਲ ਮਿਲ ਕੇ ਤੂੰ ਵੀ ਜੇ ਸਿਮਰਨ ਕਰੇ ਤਾਂ ਤੇਰਾ ਮਨੁੱਖਾ ਜਨਮ ਵੀ ਸਫਲਾ ਹੋ ਸਕਦਾ, ਤੇਰੇ ਉੱਤੇ ਵੀ ਕਿਰਪਾ ਹੋ ਸਕਦੀ ਹੈ। ਰੀਸਾਂ ਕਰਹਿ ਤੇ ਨਾੜੀਆਂ, ਰੀਸਾਂ ਨਾ ਕਰ। ਬ੍ਰਹਮ ਗਿਆਨੀ ਦੀ ਰੀਸ ਨਹੀਂ ਕਰੀਦੀ ਹੁੰਦੀ। ਬ੍ਰਹਮ ਗਿਆਨੀ ਦੇ ਬਰਾਬਰ ਆਪਾਂ ਕਿਵੇਂ ਪਹੁੰਚ ਸਕਦੇ ਹਾਂ? ਉਹ ਬਹੁਤ ਵੱਡੇ ਨੇ। ਇਹ ਹੈ ਕਿ ਉਹਨਾਂ ਨਾਲ ਮਿਲ ਕੇ ਜੇ ਬਾਣੀ ਪੜ੍ਹੀਏ, ਸਿਮਰਨ ਕਰੀਏ, ਉਹਦਾ ਫਲ ਜ਼ਰੂਰ ਬਖਸ਼ਿਸ਼ ਕਰਦੇ ਨੇ। ਹੁਣ ਚੌਥੇ ਪਾਤਸ਼ਾਹ ਮਹਾਰਾਜ ਪੌੜੀ ਫਰਮਾਉਂਦੇ ਨੇ, ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ, ਆਪੇ ਹੀ ਆਪ ਜਾਲ। हे ਵਾਹਿਗੁਰੂ ਜੀ, ਤੁਸੀਂ ਆਪ ਹੀ ਤਾਂ ਪਾਣੀ ਰੂਪ ਹੋ, ਜਲੇ ਹੈ। ਤੂੰ ਆਪ ਹੀ ਮੀਨਾ ਮੱਛੀ ਰੂਪ ਹੈ। ਤੂੰ ਆਪ ਹੀ ਜਾਲ ਰੂਪ ਹੈ। ਤੂੰ ਆਪ ਹੀ ਜਾਲ ਵਿੱਚ ਫਸਣੇ ਵਾਲਾ ਹੈ, ਆਪ ਹੀ ਫਸਾਉਣੇ ਵਾਲਾ ਹੈ। ਤੂੰ ਆਪੇ ਹੀ ਆਪ ਜਾਲ ਰੂਪ ਹੈ। ਤੂੰ ਆਪੇ ਪਦਾਰਥਾਂ ਰੂਪੀ ਜਲ ਰੂਪ ਹੈ। ਤੂੰ ਆਪ ਹੀ ਜੀਵ ਰੂਪ ਮੱਛੀ ਹੈ। ਇਹ ਤੂੰ ਆਪ ਹੀ ਮੋਹ ਰੂਪੀ ਜਾਲ ਹੈ। ਤੂੰ ਆਪੇ ਜਾਲ ਬਤਾਏਂਦਾ, ਆਪੇ ਵਿੱਚ ਸੇਬਾਲ। ਤੂੰ ਆਪ ਹੀ ਪ੍ਰਤੱਖ ਜਾਲ ਨੂੰ
ਵਤਾਏਂਦਾ ਤੋਂ ਭਾਵ ਫੇਰਦਾ ਹੈ, ਜਿਵੇਂ ਮੱਛੀਆਂ ਫੜਨ ਵਾਲੇ ਸਮੁੰਦਰ 'ਚ ਜਾਲ ਫੇਰਦੇ ਨੇ, ਅਤੇ ਆਪੇ ਹੀ ਵਿੱਚ ਸੇਬਾਲ ਹੁੰਦਾ ਜਾਲਾ ਰੂਪ ਹੈ। ਤੂੰ ਆਪ ਹੀ ਮੋਹ ਰੂਪ ਜਾਲ ਨੂੰ ਫੇਰਦਾ ਹੈ, ਅਤੇ ਆਪ ਹੀ ਵਿੱਚ ਪਦਾਰਥਾਂ ਦੀ ਲਾਲਸਾ ਜਿਹੜੀ ਹੁੰਦੀ ਹੈ, ਇੱਛਾ ਹੁੰਦੀ ਹੈ, ਇੱਛਾ ਰੂਪ ਜਾਲਾ ਹੈ ਆਪ ਹੀ। ਤੂੰ ਆਪੇ ਕਮਲ ਅਲਿਪਤ ਹੈ, ਸਹਿ ਹੱਥਾਂ ਵਿੱਚ ਗੁਲਾਲ। ਤੁਸੀਂ ਆਪ ਹੀ ਸਹਿ ਤੋਂ ਭਾਵ ਸੈਂਕੜੇ ਹੱਥ ਡੂੰਘੇ, ਗੁਲਾਲ ਹੁੰਦਾ ਪਾਣੀ ਵਿੱਚ ਕਮਲ ਫੁੱਲ ਹੋ ਕੇ ਨਿਰਲੇਪ ਰਹਿੰਦੇ ਹੋ। ਤੁਸੀਂ ਆਪ ਹੀ ਮਹਾਤਮਾ ਰੂਪ ਕਮਲ ਹੋ ਕੇ ਨਿਰਲੇਪ ਰਹਿੰਦੇ ਹੋ, ਅਸੰਗ ਰਹਿੰਦੇ ਹੋ। ਚਾਹੇ ਹੱਥਾਂ ਵਿੱਚ ਸੈਂਕੜੇ ਪਦਾਰਥਾਂ ਰੂਪ ਪਾਣੀ ਹੋ ਜਾਵੇ, ਪਰ ਫਿਰ ਵੀ ਤੁਸੀਂ ਉਸ ਪਦਾਰਥਾਂ ਦੇ ਪਾਣੀ 'ਚ ਫਸਦੇ ਨਹੀਂ ਹੋ। ਤੁਹਾਡੇ ਮਨ ਦੇ ਅੰਦਰ ਹਮੇਸ਼ਾ ਨਿਰਲੇਪਤਾ ਹੀ ਬਣੀ ਰਹਿੰਦੀ ਹੈ। ਪਦਾਰਥਾਂ ਦੇ ਪਿੱਛੇ ਨਹੀਂ ਜਾਂਦੇ ਤੁਸੀਂ, ਪਦਾਰਥ ਤੁਹਾਡੇ ਪਿੱਛੇ ਆਉਂਦੇ ਨੇ। ਉਹਨਾਂ ਨੂੰ ਪਤਾ ਹੈ ਕਿ ਪਦਾਰਥਾਂ ਨੇ ਜਾਣਾ ਕਿੱਥੇ ਹੈ। ਤੂੰ ਆਪੇ ਮੁਕਤ ਕਰਾਏਂਦਾ, ਇੱਕ ਨਿਮਖ ਘੜੀ ਕਰ ਖਿਆਲ। ਤੂੰ ਆਪ ਹੀ ਘੜੀ ਦਾ ਇੱਕ ਨਿਮਖ ਮਾਤਰ ਖਿਆਲ ਧਿਆਨ ਕਰਕੇ ਉਹਨਾਂ ਸੰਤਾਂ ਨੂੰ ਮੁਕਤ ਰੂਪ ਕਰਦਾ। ਘੜੀ ਵਿੱਚੋਂ ਜੋ ਇੱਕ ਨਿਮਖ ਭਰ ਵੀ ਤੇਰਾ ਖਿਆਲ ਕਰਦੇ ਨੇ, ਤੂੰ ਆਪ ਹੀ ਉਹਨਾਂ ਨੂੰ ਮੁਕਤ ਰੂਪ ਕਰ ਦਿੰਦਾ। ਹਰ ਤੁਧੋਂ ਬਾਹਰ ਕਿਛ ਨਹੀਂ, ਗੁਰ ਸ਼ਬਦੀ ਵੇਖ ਨਿਹਾਲ। ਹੇ ਵਾਹਿਗੁਰੂ, ਤੈਥੋਂ ਬਾਹਰ ਤਾਂ ਕੁਛ ਵੀ ਨਹੀਂ ਹੈ। ਗੁਰ ਸ਼ਬਦੀ ਹੁੰਦਾ ਗੁਰੂ ਉਪਦੇਸ਼ ਵਾਲਾ ਗੁਰਮੁਖ, ਜਿਹੜੇ ਰੱਬ ਦੇ ਪਿਆਰੇ ਨਾ ਗੁਰਮੁਖ ਜਨ ਜਿਹੜੇ ਨੇ, ਉਹ ਤੈਨੂੰ ਦੇਖ ਕੇ ਨਿਹਾਲ ਹੋ ਰਹੇ ਨੇ ਹਮੇਸ਼ਾ। ਸ਼ਲੋਕ ਮਹੱਲਾ ਤੀਜਾ। ਹੁਕਮ ਨਾ ਜਾਣੈ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ। ਇਹ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਜਾਣਦੀ, ਇਸ ਕਰਕੇ ਬਹੁਤਾ ਰੋਂਦੀ ਰਹਿੰਦੀ ਹੈ। ਤੇ ਦਿਲ ਦੇ ਅੰਦਰ ਜਿਹੜਾ ਧੋਖਾ ਹੈ, ਸੰਸਾ ਹੈ, ਇਸ ਕਰਕੇ ਸ਼ਾਂਤੀ ਰੂਪ ਨੀਂਦ ਵਿੱਚ ਸੌਂ ਨਹੀਂ ਸਕਦੀ, ਕਿਉਂਕਿ ਧੋਖਾ ਮਨ ਦੇ ਅੰਦਰ ਸੰਸਾ ਹੈ। ਜੇ ਧਨ ਖਸਮੈ ਚੱਲੈ ਰਜਾਈ, ਦਰ ਘਰ ਸੋਭਾ ਮਹਿਲ ਬੁਲਾਈ। ਜੇ ਜੀਵ ਰੂਪ ਇਸਤਰੀ ਖਸਮ ਤੋਂ ਭਾਵ ਪਰਮਾਤਮਾ ਦੀ ਰਜਾਈ ਹੁੰਦੀ, ਜੋ ਆਗਿਆ ਵਿੱਚ ਚੱਲਣਾ ਕਰੇ ਨਾ, ਤਾਂ ਉਹਦੀ ਜੇ ਸੰਸਾਰ ਜਾਂ ਸਤਸੰਗ ਦੇ ਘਰ ਦੇ ਅੰਦਰ ਸ਼ੋਭਾ ਹੁੰਦੀ, ਅਤੇ ਉਹ ਮਹਿਲ ਹੁੰਦਾ ਸਰੂਪ ਵਿੱਚ ਬੁਲਾਈ ਜਾਂਦੀ ਹੈ। ਮਹਿਲ ਬੁਲਾਈ, ਮਹਿਲ ਹੁੰਦਾ ਆਪਣੇ ਅੰਦਰ ਸਰੂਪ, ਉਹ ਸਰੂਪ ਰੂਪੀ ਘਰ ਦੇ ਵਿੱਚ ਅੰਦਰ ਚਲੀ ਜਾਂਦੀ ਹੈ। ਮੇਰਾ ਅਸਲੀ ਰੂਪ ਕੀ ਹੈ, ਉਹ ਫਿਰ ਆਪਣੇ ਅਸਲੀ ਰੂਪ ਨੂੰ ਅੰਦਰੋਂ ਪਹਿਚਾਣ ਲੈਂਦੀ ਹੈ। ਜਦੋਂ ਆਪਾਂ ਆਪਣੇ ਰੂਪ ਨੂੰ ਅੰਦਰੋਂ ਪਹਿਚਾਣ ਲੈਂਦੇ ਹਾਂ, ਉਸ ਵਕਤ ਆਪਾਂ ਸਹੀ ਰੂਪ ਦੇ ਵਿੱਚ ਮਨੁੱਖਾ ਜਨਮ ਦੀ ਸਫਲਤਾ ਮੰਨਦੇ ਹਾਂ। ਨਾਨਕ ਕਰਮੀ ਇਹ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਮਹਾਰਾਜ ਕਥਨ ਕਰਦੇ, ਕਰਮਾਂ ਵਾਲਿਆਂ ਨੇ ਇਹ ਸ੍ਰੇਸ਼ਟ ਮਤੀ ਪ੍ਰਾਪਤ ਕੀਤੀ ਹੈ, ਅਤੇ ਗੁਰਾਂ ਦੀ ਕਿਰਪਾ ਨਾਲ ਉਹਨਾਂ ਦੀ ਸੱਚ ਵਿੱਚ ਸਮਾਈ ਹੋ ਗਈ, ਸਮਾ ਗਏ ਸੱਚ ਦੇ ਵਿੱਚ। ਮਹੱਲਾ ਤੀਜਾ। ਮਨਮੁਖ ਨਾਮ ਵਿਹੂਣਿਆ, ਰੰਗ ਕਸੁੰਭਾ ਦੇਖ ਨਾ ਭੁੱਲ। ਮਹਾਰਾਜ ਕਹਿੰਦੇ, ਨਾਮ ਤੋਂ ਬਿਨਾਂ ਮਨਮੁਖ ਬੰਦਿਆ, ਆ ਜਿਹੜੇ ਮਾਇਆ ਦੇ ਕਸੁੰਭੇ ਰੰਗ ਨੇ, ਇਹਨਾਂ ਕਸੁੰਭਾ ਉਹ ਹੁੰਦਾ ਜੇ ਮਾੜਾ ਜਿਹਾ ਪਾਣੀ ਪਿਆਈ ਉੱਥੇ ਹੀ ਫਿੱਕਾ ਪੈ ਜਾਂਦਾ। ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨ ਸਿੰਦਾਨ। ਹੱਥ ਨਾ ਲਾਈ ਕਸੁੰਭੜਾ ਜਲ ਜਾਸੀ ਢੋਲਾ। ਕਸੁੰਭੇ ਰੰਗ ਵਰਗੇ ਅਨਸਥਿਰ ਪਦਾਰਥਾਂ ਨੂੰ ਵੇਖ ਕੇ ਭੁੱਲਣਾ। ਇਹ ਪਦਾਰਥ ਪੱਕੀਆਂ ਚੀਜ਼ਾਂ ਨਹੀਂ ਹੈਗੀਆਂ, ਨਾਸਵੰਤ ਚੀਜ਼ਾਂ ਨੇ। ਇਹਨਾਂ ਨੂੰ ਦੇਖ ਕੇ ਬਹੁਤਾ ਨਾ ਭੁੱਲ ਨਾ ਡੋਲ। ਇਸ ਕਾ ਰੰਗ ਦਿਨ ਥੋੜਿਆ, ਛੋਛਾ ਇਸ ਦਾ ਮੁੱਲ। ਜਿਵੇਂ ਕਸੁੰਭੇ ਦਾ ਰੰਗ ਥੋੜ੍ਹਾ ਹੀ ਚਿਰ ਰਹਿੰਦਾ, ਇਵੇਂ ਇਹਨਾਂ ਪਦਾਰਥਾਂ ਦਾ ਆਨੰਦ ਵੀ ਥੋੜ੍ਹਾ ਚਿਰ ਹੀ ਹੁੰਦਾ। ਇਹਦਾ ਮੁੱਲ ਵੀ ਛੋਛਾ ਹੀ ਹੈ, ਤੁੱਛ ਜਿਹਾ ਹੀ ਮੁੱਲ ਹੈ। ਦੂਜਾ ਲੱਗੇ ਪਚਮੂਏ, ਮੂਰਖ ਅੰਧ ਗਵਾਰ। ਜਿਹੜੇ ਦਵੈਸ਼ ਭਾਵਨਾ 'ਚ ਲਾਗੇ, ਉਹ ਮੂਰਖ ਤੇ ਅੰਨੇ ਲੋਕ ਨੇ, ਗਵਾਰ ਨੇ, ਝੱਲੇ ਨੇ। ਸਤਿਗੁਰੂ ਕਹਿੰਦੇ ਉਹ ਖੱਪ ਖੱਪ ਕੇ ਹੀ ਮਰ ਗਏ ਦਵੈਸ਼ ਵਿੱਚ ਲੱਗ ਕੇ। ਦਵੈਸ਼ ਹੁੰਦੀ ਉਹ ਛੋਟਾ ਮੈਂ ਵੱਡਾ, ਬਸ। ਉਹ ਜਿਹੜੇ ਉਸ ਤੋਂ ਹੋਰ ਜ਼ਿਆਦਾ ਪੈਸੇ ਵਾਲੇ ਆ, ਉਹ ਕਹਿੰਦੇ ਉਹ ਛੋਟਾ। ਫਿਰ ਉਦੋਂ ਹੋਰ ਅਮੀਰ ਆ, ਉਹ ਕਹਿੰਦੇ ਉਹ ਛੋਟਾ। ਗੁਣਾ ਕਰਕੇ ਵੀ ਉਹ ਫਲਾਣੇ ਨੂੰ ਤਾਂ ਕੁਛ ਨਹੀਂ ਆਉਂਦਾ, ਮੈਨੂੰ ਨਹੀਂ ਆਉਂਦਾ, ਇਹ ਵੀ ਛੋਟਾ। ਭਾਵ ਕਹਿਣ ਦਾ, ਕਿਸੇ ਨਾ ਕਿਸੇ ਕਾਰਨ ਕਰਕੇ ਦੁਨੀਆ ਦੇ ਵਿੱਚ ਇੱਕ ਦੂਜੇ ਨਾਲ ਈਰਖਾ ਦਵੈਸ਼ ਬਣੀ ਹੋਈ ਰਹਿੰਦੀ। ਈਰਖਾ ਉਹਦੇ ਨਾਲ ਹੁੰਦੀ ਹੈ ਜਿਹੜਾ ਆਪ ਤੋਂ ਵੱਡਾ, ਗੁਣਾ 'ਚ ਵੱਡਾ ਜਾਂ ਪੈਸੇ 'ਚ ਵੱਡਾ, ਜਿਹੜਾ ਹੋਰ ਕਿਸੇ ਕੰਮ 'ਚ ਵੱਡਾ, ਉਹਦੇ ਨਾਲ ਫਿਰ ਈਰਖਾ ਹੋ ਜਾਂਦੀ ਹੈ।
ਦਵੈਸ਼ ਹੁੰਦੀ ਜਿਹੜਾ ਵੱਡਾ ਉਹ ਜਦੋਂ ਛੋਟੇ ਨੂੰ ਦੇਖਦਾ ਉਦੋਂ ਦਵੈਸ਼ ਖੜੀ ਹੋ ਜਾਂਦੀ ਮਨ 'ਚ ਵੀ ਇਹ ਤਾਂ ਐਵੇਂ ਹੀ ਖਾਮ ਖਾਂਦਾ ਬੰਦਾ ਹੀ ਹੈ, ਛੋਟਾ ਹੀ ਆ। ਬਿਸਤਾ ਅੰਦਰ ਕੀਟ ਸੇ ਪੈ ਪਚੈ ਵਾਰੋ ਵਾਰ। ਉਹ ਜਿਹੜੇ ਲੋਕ ਨੇ ਦਵੈਸ਼ ਵਿੱਚ ਲੱਗੇ ਹੋਏ ਕਹਿੰਦੇ ਉਹ ਜਿਵੇਂ ਗੰਦਗੀ ਦੇ ਵਿੱਚ ਕੀੜੇ ਹੋ ਕੇ ਬਾਰ-ਬਾਰ ਮੁੜ-ਮੁੜ ਕੇ ਗੰਦਗੀ 'ਚ ਪੈ ਕੇ ਖੱਪਦੇ ਰਹਿੰਦੇ ਨੇ। ਸੋ ਗੰਦਗੀ ਦੇ ਕੀੜੇ ਕੁਰਬਲ ਕਰਦੇ ਗੰਦਗੀ 'ਚ ਫਿਰਦੇ ਨੇ। ਕਹਿੰਦੇ ਉਹ ਲੋਕਾਂ ਨੂੰ ਇਉਂ ਜਾਣੋ, ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਿਜ ਸੁਭਾਏ। ਜਿਹੜੇ ਬੰਦੇ ਸਹਿਜੇ ਹੀ ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਸੁਭਾਏ ਹੁੰਦਾ, ਸ੍ਰੇਸ਼ਟ ਪ੍ਰੇਮ ਕਰਕੇ, ਬਹੁਤਾ ਪ੍ਰੇਮ ਕਰਕੇ ਨਾਮ ਸਿਮਰਨ ਵਿੱਚ ਰੰਗੇ ਗਏ ਨੇ, ਉਹ ਰੰਗਲੇ ਸੱਜਣ ਬਣ ਜਾਂਦੇ, ਆਨੰਦ ਵਾਲੇ ਹੋ ਜਾਂਦੇ ਨੇ। ਸੋ ਆਨੰਦ ਆ ਜਾਂਦਾ। ਸੋ ਇਸ ਤਰ੍ਹਾਂ ਉਹਨਾਂ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ। ਭਗਤੀ ਰੰਗ ਨਾ ਉਤਰੈ ਸਹਿਜੇ ਰਹਿ ਸਮਾਏ। ਉਹਨਾਂ ਦੇ ਮਨ ਤੋਂ ਭਗਤੀ ਦਾ ਰੰਗ ਉਤਰਦਾ ਨਹੀਂ, ਉਹ ਸਹਿਜੇ ਹੀ ਨਾਮ ਸਿਮਰਨ ਵਿੱਚ ਸੁਤੇ ਸਿੱਧੀ ਸਮਾਏ ਰਹਿੰਦੇ। ਹਮੇਸ਼ਾ ਉਹਨਾਂ ਦਾ ਮਨ ਸਿਮਰਨ ਵਾਲੇ ਪਾਸੇ ਨੂੰ ਲੱਗਿਆ ਹੀ ਰਹਿੰਦਾ। ਉਹ ਅੰਦਰੇ ਅੰਦਰ ਮੂਲ ਮੰਤਰ ਪੜ੍ਹੀ ਜਾਣਗੇ, ਵਾਹਿਗੁਰੂ ਵਾਹਿਗੁਰੂ ਕਰੀ ਜਾਣਗੇ, ਕਿਸੇ ਸ਼ਬਦ ਦਾ ਅਭਿਆਸ ਕਰੀ ਜਾਣਗੇ, ਅੰਦਰੇ ਅੰਦਰ ਪਾਠ ਕਰੀ ਜਾਣਗੇ, ਕੋਈ ਨਾ ਕੋਈ ਸੁਰਤੀ ਰੱਬ ਵਿੱਚ ਰੱਖਣਗੇ ਆਪਣੀ। ਉਹਨਾਂ ਦੀ ਸੁਰਤੀ ਪਰਮਾਤਮਾ ਤੋਂ ਪਾਸੇ ਨਹੀਂ ਹੁੰਦੀ ਕਦੇ ਵੀ, ਕਿਉਂਕਿ ਸੁਰਤੀ ਵਿੱਚ ਗਿਆਨ ਹੈ, ਚਾਨਣ ਜਦੋਂ ਸ਼ਬਦ ਨਾਲ ਜੁੜ ਜਾਂਦੀ। ਇਸ ਕਰਕੇ ਉਹ ਹਮੇਸ਼ਾ ਗੁਰਬਾਣੀ ਦੇ ਚਾਨਣ ਵਿੱਚ ਹੀ ਰਹਿ ਕੇ ਆਪਣੇ ਜੀਵਨ ਨੂੰ ਚਲਾਉਂਦੇ ਨੇ, ਅਗਿਆਨਤਾ ਵਿੱਚ ਨਹੀਂ ਚੱਲਦੇ। ਪੌੜੀ ਚੌਥੇ ਪਾਤਸ਼ਾਹ ਦੀਆਂ ਪੌੜੀਆਂ ਨੇ ਸਾਰੀਆਂ। ਸਿਸ਼ਟ ਪਾਈ ਸਭ ਤੁਧ ਆਪੇ ਰਿਜ਼ਕ ਸੰਭਾਹਿਆ। ਇਹ ਵਾਹਿਗੁਰੂ ਤੁਸੀਂ ਆਪ ਹੀ ਸਾਰੀ ਦੁਨੀਆ ਪੈਦਾ ਕੀਤੀ ਹੋਈ ਆ, ਆਪ ਹੀ ਸਾਰਿਆਂ ਨੂੰ ਇਹ ਜਿਹੜਾ ਰਿਜ਼ਕ ਸੰਭਾਹਿਆ, ਸੰਭਾਹੇ ਦਾ ਅਰਥ ਹੈ ਪਹੁੰਚਾਉਣਾ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਸੰਭਾਹੇ ਭੇਜਣਾ, ਕਾਹੇ ਮਨ ਭਾਉ ਕਰਿਆ। ਪਰ ਫੇਰ ਵੀ ਦੇਖੋ ਤੁਸੀਂ ਸਾਰਿਆਂ ਨੂੰ ਰਿਜ਼ਕ ਦਿੰਦੇ ਹੋ, ਪਰ ਕਈ ਬੰਦਿਆਂ ਦੀ ਆਦਤਾਂ ਬਹੁਤ ਭੈੜੀਆਂ ਹੁੰਦੀਆਂ। ਇੱਕ ਵਲ ਛਲ ਕਰ ਕੈ ਖਾਵੰਦੇ ਮੂੰਹੋਂ ਕੂੜ ਕੁਸਤ ਤਿੰਨੀ ਢਾਹਿਆ। ਹੁਣ ਇੱਕ ਅਜਿਹੇ ਬੰਦੇ ਨੇ ਦੁਨੀਆ ਜਿਹੜੇ ਵਲ ਛਲ ਕਰਕੇ ਹੀ ਖਾਂਦੇ ਨੇ, ਚੰਗਾ ਭਲਾ ਖਾਣਾ ਹੀ ਨਹੀਂ, ਜਿਹੜਾ ਰੱਬ ਨੇ ਦਿੱਤੀ ਰੋਟੀ ਉਹ ਨਹੀਂ ਖਾਣੀ, ਉਹਨਾਂ ਨੂੰ ਆਦਤ ਪੈ ਜਾਂਦੀ ਹੈ। ਉਹਨਾਂ ਨੇ ਮੂੰਹੋਂ ਝੂਠ ਤੇ ਕੁਹੱਠ ਨੂੰ ਢਾਹਿਆ ਤੋਂ ਭਾਵ ਉਚਾਰਿਆ ਹੈ, ਕੂੜ ਕੁਸੱਤ ਬੋਲਦੇ ਹੀ ਰਹਿੰਦੇ ਨੇ ਹਮੇਸ਼ਾ। ਤੋ ਇਸ ਤਰ੍ਹਾਂ ਉਹਨਾਂ ਦੇ ਮੂੰਹ ਵਿੱਚੋਂ ਹਮੇਸ਼ਾ ਝੂਠ, ਫਿਰ ਇੱਕ ਦੂਜਾ ਝੂਠ, ਫਿਰ ਤੀਜਾ ਝੂਠ, ਝੂਠ ਹੀ ਚੱਲੀ ਜਾਂਦਾ। ਮਹਾਰਾਜ ਕਹਿੰਦੇ ਦਿੰਦਾ ਤਾਂ ਸਾਰਿਆਂ ਨੂੰ ਹੀ ਆ, ਭਗਤ ਜਨ ਤਾਂ ਜਿਹੇ ਜਿਹੀ ਰੋਟੀ ਮਿਲ ਗਈ, ਦਾਲ ਫੁਲਕਾ ਆਪਣਾ ਵਾਹਿਗੁਰੂ ਕਹਿ ਕੇ ਛਕ ਲਿਆ। ਪਰ ਜਿਹੜੇ ਦੂਜੇ ਨੇ ਉਹ ਕਹਿੰਦੇ ਚਲੋ ਆਪਾਂ ਹੋਰ ਕੋਈ ਮਾੜੀ ਚੀਜ਼ ਖਾਈਏ, ਕੋਈ ਪੁੱਠੀ ਚੀਜ਼ ਖਾਈਏ, ਪਰ ਅਲੱਭਤ ਤੋਂ ਬਾਹਰ ਹੋ ਕੇ ਫਿਰ ਕੋਸ਼ਿਸ਼ ਕਰਦੇ ਨੇ ਕਿ ਗਲਤ ਢੰਗ ਨਾਲ ਚਲਾਈਏ ਆਪਣੇ ਆਪ ਨੂੰ, ਵਲ ਛਲ ਕਰਕੇ ਖਾਂਦੇ ਨੇ ਸੰਸਾਰ ਦੇ ਅੰਦਰ। ਤੁਧ ਆਪੇ ਭਾਵੈ ਸੋ ਕਰਹਿ ਤੁਧ ਓਤੈ ਕੰਮ ਹੋਏ ਲਾਇਆ। ਉਹ ਜੋ ਤੈਨੂੰ ਭਾਉਂਦਾ ਵਾਹਿਗੁਰੂ ਸੱਚੇ ਪਾਤਸ਼ਾਹ, ਉਹ ਜਿਹੜੇ ਲੋਕ ਨੇ ਨਾ ਉਹ ਮਨਮੁਖ ਅਸਲ ਵਿੱਚ ਉਹੀ ਕੰਮ ਕਰਦੇ ਨੇ। ਤੁਸੀਂ ਉਹਨਾਂ ਨੂੰ ਉਸੇ ਕੰਮ ਵਿੱਚ ਹੀ ਲਾਇਆ ਹੋਇਆ। ਉਹ ਕਿਉਂ ਲਾਤਾ ਜੀ? ਕਹਿੰਦੇ ਜਦੋਂ ਜੀਵ ਹੰਕਾਰ ਕਰਨ ਲੱਗ ਜੇ ਉਦੋਂ ਪਰਮਾਤਮਾ ਉਹਨੂੰ ਆਪਣੇ ਨਾਲੋਂ ਵਿਛੋੜ ਦਿੰਦੇ ਨੇ, ਹੰਕਾਰੀ ਜੀਵ ਨੂੰ। ਇੱਕ ਨਾ ਸੱਚ ਬੁਲਾਏ ਬੁਝਾਇਓਨ ਤਿਨਾ ਅਟੁੱਟ ਭੰਡਾਰ ਦੇਵਾਇਆ। ਇੱਕ ਗੁਰਮੁਖਾਂ ਨੇ ਸੱਚ ਨਾਮ ਨੂੰ ਜਦੋਂ ਜਪਣਾ ਸਮਝ ਲਿਆ, ਉਹਨੇ ਸਮਝਾਤਾ ਪਰਮਾਤਮਾ ਨੇ ਕਿ ਸੱਚਾ ਨਾਮ ਜਪੋ। ਸੱਚਾ ਨਾਮ ਜਪਣ ਵਾਲਿਆਂ ਨੂੰ ਅਟੁੱਟ ਭੰਡਾਰਾ ਦੇਤਾ, ਨਾਮ ਮੁੱਕਣ ਵਾਲਾ ਭੰਡਾਰਾ ਨਾਮ ਦਾ ਗੁਰਾਂ ਕੋਲੋਂ ਦਵਾਤਾ। ਉਹ ਮੁੱਕਦਾ ਹੀ ਨਹੀਂ, ਉਹਨਾਂ ਨੂੰ ਲੋੜ ਨਹੀਂ ਪੈਂਦੀ ਕਿਤੇ ਜਾਣ ਦੀ, ਵਲ ਛਲ ਕਰਨ ਦੀ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਵਲ ਛਲ ਕਰਨਾ ਹੀ ਨਹੀਂ ਪੈਂਦਾ, ਉਹਨਾਂ ਕੋਲ ਪਦਾਰਥ ਹੀ ਇੰਨਾ ਜ਼ਿਆਦਾ ਆ ਜਾਂਦਾ। ਤੇ ਜਿਹੜੇ ਵਲ ਛਲ ਕਰਕੇ ਖਾਂਦੇ ਉਹਨਾਂ ਦੇ ਘਰੇ ਭੰਗ ਹੀ ਪੁੱਜਦੀ ਸਦਾ। ਚੋਰਾਂ ਦੇ ਘਰੇ ਕਿਤੇ ਦੇਖਿਆ ਵੀ ਬਹੁਤ ਮਹਿਲ ਪੈ ਗਏ, ਚੋਰਾਂ ਦੇ, ਜੇਬ ਕਤਰਿਆਂ ਦੇ, ਡਾਕੂਆਂ ਦੇ ਕਿਤੇ ਮਹਿਲ ਥੋੜ੍ਹੀ ਬਣੇ ਹੁੰਦੇ ਨੇ। ਨਾਲੇ ਅਖੀਰ ਕਮੌਤੇ ਮਰਦੇ ਜਾ ਕੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਨਾਮ ਵਾਲਿਆਂ ਕੋਲੇ ਤਾਂ ਅਟੁੱਟ ਭੰਡਾਰਾ ਹੁੰਦਾ। ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਤੜਾਇਆ। ਜਿਹੜੇ ਬੰਦੇ ਨਾਮ ਨੂੰ ਯਾਦ ਕਰਕੇ ਸਤਨਾਮ ਵਾਹਿਗੁਰੂ ਕਹਿ ਕੇ ਛਕਦੇ ਨੇ ਉਹਨਾਂ ਦਾ ਖਾਧਾ ਸਫਲ ਹੈ। ਜਿਹੜੇ ਵਾਹਿਗੁਰੂ ਨੂੰ ਅਚੇਤਾ ਤੋਂ ਭਾਵ ਹੁੰਦਾ, ਚੇਤੇ ਨਹੀਂ ਕਰਦੇ, ਰੋਟੀ ਅੱਗੇ ਆਈ ਹੈ
ਤੇ ਝਾਟੀ ਦੇਖ ਕੇ ਝਪਟ ਪੈਣਾ ਰੋਟੀ ਨੂੰ, ਨਾ ਵਾਹਿਗੁਰੂ ਕਹਿਣਾ ਨਾ ਕੁਝ ਕਰਨਾ। ਉਹਨਾਂ ਦੇ ਹੱਥ ਟੱਡੇ ਹੀ ਰਹਿ ਜਾਂਦੇ ਨੇ, ਉਹਨਾਂ ਦੇ ਹੱਥ ਸਾਰੀ ਜ਼ਿੰਦਗੀ ਐਂ ਰਹਿੰਦੇ ਨੇ। ਮਹਾਰਾਜ ਮੂਹਰੇ ਰੋਟੀ ਰੱਖ ਦਿੰਦੇ ਨੇ, ਉਸੇ ਟਾਈਮ ਝਪਟ ਕੇ ਰੋਟੀ ਖਾਣ ਲੱਗ ਪਿਆ। ਨਹੀਂ ਕਿਹਾ ਤੇਰਾ ਸ਼ੁਕਰ ਹੈ ਵਾਹਿਗੁਰੂ, ਨਹੀਂ ਕੋਈ ਸ਼ਲੋਕ ਪੜ੍ਹਨਾ, ਨਾਨਕ ਪੁਸਰੀਆਂ ਪਕਾਈਆਂ, ਪਾਈਆਂ ਥਾਲੈ ਮਾਹੇ, ਜਿਨੀ ਗੁਰੂ ਮਨਾਇਆ ਰਜ ਰਜ ਸਿਆਈ ਖਾਏ। ਇਸ ਤਰ੍ਹਾਂ ਕਰਕੇ ਮਹਾਰਾਜ ਨੇ ਸਾਨੂੰ ਦੱਸਿਆ